सत श्री अकाल जी सारिਆਂ ਨੂੰ। मेरा नाम शिल्पा है। मेरी 16 साल की बेटी अन्नी सी जिस दी वजह नाल मैं बहुत परेशान रहिंदी। जगह जगह लैके उसनूं घुमदी फिरदी पर कोई फायदा नहीं होया। एक दिन मेरी नणद ने तांत्रिक बाबा दे बारे दस्सिया जो बहुत फेमस सी। मैं अपनी बेटी नूं 70 साल दे बुढ़े तांत्रिक बाबा दे कोल लै गई ਤਾਂ ਉਹ ਕਹਿਣ ਲੱਗੇ ਤੂੰ ਕੱਲ ਸ਼ਾਮ ਨੂੰ ਆਪਣੇ ਘਰ ਦਾ ਦਰਵਾਜ਼ਾ ਖੁੱਲ੍ਹਾ ਰੱਖੀ, ਮੈਂ ਤੇਰੀ ਬੇਟੀ ਦੇ ਲਈ ਦਵਾਈ ਲੈ ਕੇ ਆਵਾਂਗਾ। ਮੈਂ ਉਸ ਦੀ ਗੱਲ ਸੁਣ ਕੇ ਆਪਣੇ ਘਰ ਦਾ ਦਰਵਾਜ਼ਾ ਖੁੱਲ੍ਹਾ ਰੱਖਿਆ। ਸ਼ਾਮ ਨੂੰ 6 ਵਜੇ ਸੀ ਜਦੋਂ ਬਾਬਾ ਸਾਡੇ ਘਰ ਆਇਆ ਤੇ ਉਸਨੇ ਆਪਣੇ ਥੈਲੇ ਵਿੱਚੋਂ ਕੱਢ ਕੇ ਸਾਨੂੰ 2 ਪੁੜੀਆਂ ਦੇ ਦਿੱਤੀਆਂ ਤੇ ਕਹਿਣ ਲੱਗੇ ਇਸ ਨੂੰ ਪਾਣੀ ਵਿੱਚ ਮਿਲਾ ਕੇ ਪੀ ਲਓ, ਉਸ ਦੇ ਬਾਅਦ ਤੇਰੀ ਬੇਟੀ ਦੇਖਣ ਲੱਗੇਗੀ। ਅਸੀਂ ਖੁਸ਼ੀ ਉਸ ਦਵਾਈ ਨੂੰ ਪਾਣੀ ਵਿੱਚ ਮਿਲਾ ਕੇ ਪੀ ਲਿਆ। ਦਵਾਈ ਪੀਂਦੇ ਹੀ ਸਾਡੀਆਂ ਅੱਖਾਂ ਦੇ ਸਾਹਮਣੇ ਹਨੇਰਾ ਆਉਣ ਲੱਗਿਆ ਤੇ ਅਸੀਂ ਬੇਹੋਸ਼ ਹੋ ਗਈਆਂ। ਜਿਵੇਂ ਹੀ ਸਾਡੀ ਅੱਖ ਖੁੱਲ੍ਹੀ ਤਾਂ ਇਹ ਦੇਖ ਕੇ ਸਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿ ਮੇਰੀ ਬੇਟੀ ਤਾਂ ਬਹੁਤ ਬੁਰੀ ਹਾਲਤ ਵਿੱਚ ਉੱਥੇ ਮੌਜੂਦ ਸੀ। ਮੇਰੇ ਵਿਆਹ ਨੂੰ 4 ਸਾਲ ਹੋ ਗਏ ਲੇਕਿਨ ਹਾਲੇ ਤੱਕ ਮੇਰੇ ਕੋਈ ਔਲਾਦ ਨਹੀਂ ਸੀ। ਮੈਂ ਬਹੁਤ ਸਾਰੇ ਡਾਕਟਰਾਂ ਤੋਂ ਇਲਾਜ ਕਰਵਾਇਆ ਸੀ ਲੇਕਿਨ ਜਦੋਂ ਮੇਰੇ ਵਿਆਹ ਦਾ 5ਵਾਂ ਸਾਲ ਲੱਗਿਆ ਤਾਂ ਮੈਂ ਪ੍ਰੈਗਨੈਂਟ ਹੋ ਗਈ। ਮੇਰੇ ਲਈ ਇਹ ਬਹੁਤ ਵੱਡੀ ਗੱਲ ਸੀ ਅਤੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਔਲਾਦ ਹਾਸਲ ਕਰਨ ਦੇ ਲਈ ਮੈਂ ਬਹੁਤ ਸਾਰੇ ਯਤਨ ਕੀਤੇ ਸੀ। ਮੈਂ ਬਹੁਤ ਸਾਰੇ ਡਾਕਟਰਾਂ ਤੋਂ ਟਰੀਟਮੈਂਟ ਕਰਵਾਇਆ ਸੀ। ਇਹ ਸਭ ਵਿੱਚ ਮੇਰੇ ਪਤੀ ਨੇ ਮੇਰਾ ਹਮੇਸ਼ਾ ਸਾਥ ਦਿੱਤਾ ਸੀ। ਮੇਰੇ ਪਤੀ ਬਹੁਤ ਚੰਗੇ ਇਨਸਾਨ ਸੀ, ਹਮੇਸ਼ਾ ਮੇਰਾ ਖਿਆਲ ਰੱਖਿਆ ਸੀ। ਮੇਰੇ ਸਹੁਰੇ ਘਰ ਵਾਲੇ ਮੈਨੂੰ ਔਲਾਦ ਨਾ ਹੋਣ 'ਤੇ ਬਹੁਤ ਤਾਨੇ ਦਿਆ ਕਰਦੇ ਸੀ। ਉਹ ਲੋਕ ਮੈਨੂੰ ਬਾਂਝ ਸਮਝਦੇ ਸੀ। ਮੈਂ ਇਹਨਾਂ ਗੱਲਾਂ ਤੋਂ ਤੰਗ ਆ ਗਈ ਸੀ। ਮੈਂ ਤਾਂ ਹੁਣ ਹਿੰਮਤ ਹੀ ਹਾਰ ਗਈ ਸੀ ਤੇ ਆਪਣੀ ਪਤੀ ਨੂੰ ਵੀ ਕਹਿ ਦਿੱਤਾ ਸੀ ਕਿ ਤੁਸੀਂ ਚਾਹੋ ਤਾਂ ਦੂਜਾ ਵਿਆਹ ਕਰਵਾ ਸਕਦੇ ਹੋ, ਮੈਂ ਤਾਂ ਤੁਹਾਨੂੰ ਔਲਾਦ ਦੀ ਖੁਸ਼ੀ ਨਹੀਂ ਦੇ ਪਾਊਂਗੀ। ਪਰ ਉਹ ਮੇਰੀਆਂ ਗੱਲਾਂ ਨੂੰ ਇਗਨੋਰ ਕਰ ਦਿੰਦੇ। ਉਹ ਕਹਿੰਦੇ ਕਿ ਜੇ ਪਰਮਾਤਮਾ ਨੂੰ ਸਾਨੂੰ ਔਲਾਦ ਦੇਣੀ ਹੋਈ ਤਾਂ ਉਹ ਜ਼ਰੂਰ ਦੇਵੇਗਾ, ਨਹੀਂ ਤਾਂ ਮੇਰਾ ਦੂਜਾ ਵਿਆਹ ਕਰਨ 'ਤੇ ਵੀ ਔਲਾਦ ਨਹੀਂ ਮਿਲੇਗੀ। ਆਖਰਕਾਰ ਪਰਮਾਤਮਾ ਨੇ ਮੇਰੀ ਸੁਣ ਲਈ। ਮੇਰੇ ਘਰ ਨੰਨੀ ਜਿਹੀ ਪਰੀ ਨੇ ਜਨਮ ਲਿਆ। ਮੇਰੀ ਅਤੇ ਮੇਰੇ ਪਤੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਮੈਂ ਸਾਰਾ ਦਿਨ ਆਪਣੀ ਬੇਟੀ ਨੂੰ ਗਲੇ ਲਗਾ ਕੇ ਰੱਖਦੀ, ਇੱਥੋਂ ਤੱਕ ਕਿ ਮੇਰੇ ਪਤੀ ਵੀ ਮੇਰੀ ਬੇਟੀ ਨੂੰ ਗੋਦ ਵਿੱਚ ਲੈਣ ਲਈ ਤਰਸ ਜਾਂਦੇ ਸੀ। ਮੈਂ ਆਪਣੀ ਬੇਟੀ ਨੂੰ ਹਮੇਸ਼ਾ ਐਕਸਪੈਂਸਿਵ ਕੱਪੜੇ ਪਵਾਉਂਦੀ ਅਤੇ ਘਰ ਵਿੱਚ ਉਸ ਦੀਆਂ ਜ਼ਰੂਰਤਾਂ ਦਾ ਸਾਰਾ ਸਮਾਨ ਮੌਜੂਦ ਸੀ। ਮੇਰੀ ਬੇਟੀ ਦਾ ਬਚਪਨ ਬਹੁਤ ਚੰਗਾ ਗੁਜ਼ਰਿਆ ਸੀ। ਉਹ 6 ਮਹੀਨਿਆਂ ਦੀ ਹੋਈ ਤਾਂ ਉਸ ਨੂੰ ਕੁਝ ਵੀ ਦਿਖਦਾ ਨਹੀਂ ਸੀ ਕਿਉਂਕਿ ਪਹਿਲ ਤਾਂ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਉਸ ਨੂੰ ਦਿਖਦਾ ਜਾਂ ਨਹੀਂ, ਕਿਉਂਕਿ ਮੇਰੀ ਬੇਟੀ ਦੇ ਨਾਲ ਜਿੰਨੇ ਵੀ ਲੋਕਾਂ ਦੇ ਬੱਚੇ ਮੁਹੱਲੇ ਵਿੱਚ ਪੈਦਾ ਹੋਏ ਸੀ ਸਭ ਦੇ ਸਭ ਆਪਣੀਆਂ ਅੱਖਾਂ ਤੋਂ ਸਾਫ਼ ਦੇਖਦੇ ਸੀ। ਮੈਨੂੰ ਇਹਨਾਂ ਗੱਲਾਂ ਨੇ ਬਹੁਤ ਜ਼ਿਆਦਾ ਡਰਾ ਦਿੱਤਾ ਪਰ ਮੈਂ ਹਾਲੇ ਤੱਕ ਕਿਸੇ ਦੇ ਨਾਲ ਆਪਣਾ ਦਰਦ ਸ਼ੇਅਰ ਨਹੀਂ ਕਰ ਪਾਈ ਕਿਉਂਕਿ ਮੈਂ ਅਜਿਹੇ ਮੁਹੱਲੇ ਵਿੱਚ ਰਹਿੰਦੀ ਸੀ ਜਿੱਥੇ ਇਨਸਾਨ ਦੇ ਅੰਦਰ ਕਿਸੇ ਤਰ੍ਹਾਂ ਦੀ ਕਮੀ ਹੋਣ 'ਤੇ ਉਸ ਦਾ ਉਹੀ ਨਾਮ ਪੈ ਜਾਂਦਾ। ਇਹ ਸੋਚ ਕੇ ਹੀ ਮੇਰਾ ਪੂਰਾ ਸਰੀਰ ਕੰਬ ਜਾਂਦਾ ਸੀ ਕਿ ਲੋਕ ਮੇਰੀ ਬੇਟੀ ਨੂੰ ਅੰਨੀ ਕਿਹਾ ਕਰਨਗੇ। ਇਹ ਗੱਲਾਂ ਸੋਚ ਕੇ ਮੇਰਾ ਦਿਲ ਘਬਰਾ ਜਾਂਦਾ। ਮੇਰੇ ਪਤੀ ਵੀ ਇਹ ਗੱਲਾਂ ਚੰਗੀ ਤਰ੍ਹਾਂ ਨੋਟਿਸ ਕਰਦੇ ਸੀ। ਉਹ ਮੈਨੂੰ ਕਹਿੰਦੇ ਸੀ ਕੀ ਗੱਲ ਆ ਸ਼ਿਲਪਾ, ਤੂੰ ਹਮੇਸ਼ਾ ਇੰਨੀ ਪਰੇਸ਼ਾਨ ਕਿਉਂ ਰਹਿੰਦੀ ਆ। ਮੇਰੇ ਪਤੀ ਨੇ ਜਦੋਂ ਮੈਨੂੰ ਇਹ ਪੁੱਛਿਆ ਤਾਂ ਮੈਂ ਉੱਚੀ ਰੋਣ ਲੱਗੀ। ਮੈਂ ਕਹਿਣ ਲੱਗੀ ਮੁਕੇਸ਼ ਆਪਣੀ ਬੇਟੀ ਸਾਲ ਦੀ ਹੋ ਗਈ ਆ ਪਰ ਹਾਲੇ ਤੱਕ ਇਸ ਨੂੰ ਕੋਈ ਚੀਜ਼ ਦਿਖਾਈ ਨਹੀਂ ਦਿੰਦੀ। ਗਵਾਂਢ ਦੀਆਂ ਔਰਤਾਂ ਮੈਨੂੰ ਡਰਾਉਂਦੀਆਂ ਤੇ ਅਜੀਬ ਤਰ੍ਹਾਂ ਦੀਆਂ ਗੱਲਾਂ ਕਰਦੀਆਂ ਕਿ ਸ਼ਾਇਦ ਆਪਣੀ ਬੇਟੀ ਅੰਨੀ ਆ। ਹੁਣ ਤਾਂ ਮੈਨੂੰ ਵੀ ਇਹੀ ਲੱਗਣ ਲੱਗਿਆ ਸੀ ਕਿਉਂਕਿ ਮੇਰੀ ਬੇਟੀ ਇੰਨੀ ਵੱਡੀ ਹੋ ਗਈ ਆ ਹਾਲੇ ਤੱਕ ਕੁਝ ਦੇਖ ਨਹੀਂ ਪਾਉਂਦੀ। ਉਹ ਮੇਰੀ ਤਰਫ ਦੇਖ ਕੇ ਮੁਸਕਰਾਉਣ ਲੱਗੇ ਤੇ ਕਹਿਣ ਲੱਗੇ ਸ਼ਿਲਪਾ ਤੈਨੂੰ ਕੀ ਹੋ ਗਿਆ, ਤੂੰ ਤਾਂ ਸੱਚਮੁੱਚ ਪਾਗਲ ਹੋ ਗਈ ਆ। ਨਾ ਜਾਣੇ ਕਦੋਂ ਤੋਂ ਇਹ ਗੱਲਾਂ ਇਕੱਲੀ ਬਰਦਾਸ਼ਤ ਕਰ ਰਹੀ ਆ। ਤੂੰ ਜੇ ਮੈਨੂੰ ਕਿਹਾ ਹੁੰਦਾ ਤਾਂ ਆਪਾਂ ਦੋਨੋਂ ਮਿਲ ਕੇ ਇਸ ਗੱਲ ਦਾ ਕੋਈ ਹੱਲ ਕੱਢ ਲੈਂਦੇ। ਮੈਂ ਝੱਟ ਨਾਲ ਕਹਿਣ ਲੱਗੀ ਤਾਂ ਫਿਰ ਮੈਨੂੰ ਦੱਸੋ ਕੀ ਹੱਲ ਕੱਢਣਾ। ਮੁਕੇਸ਼ ਕਹਿਣ ਲੱਗੇ ਮੈਂ ਕੱਲ ਆਫਿਸ ਨਹੀਂ ਜਾਊਂਗਾ, ਆਪਾਂ ਦੋਨੋਂ ਆਪਣੀ ਬੇਟੀ ਨੂੰ ਡਾਕਟਰ ਦੇ ਕੋਲ ਲੈ ਕੇ ਜਾਵਾਂਗੇ। ਅੱਖਾਂ ਦੀ ਰੌਸ਼ਨੀ ਦੇ ਲਈ ਸ਼ਹਿਰ ਦੇ ਬਹੁਤ ਚੰਗੇ ਡਾਕਟਰ ਹਨ, ਤੂੰ ਦੇਖ ਲੈਣਾ ਆਪਣੀ ਬੇਟੀ ਦੀ ਅੱਖਾਂ ਦੀ ਰੌਸ਼ਨੀ ਵਾਪਸ ਆ ਜਾਵੇਗੀ। ਉਹ ਵੀ ਦੇਖਣ ਲੱਗੇਗੀ। ਡਾਕਟਰ ਸਾਰਾ ਚੈੱਕਅਪ ਕਰਕੇ ਆਪਾਂ ਨੂੰ ਦੱਸ ਦੇਣਗੇ ਤੇ ਆਪਣੀ ਬੇਟੀ ਦੇ ਨਾਲ ਕੀ ਪਰੇਸ਼ਾਨੀ ਆ। ਮੈਂ ਮੁਕੇਸ਼ ਦੀ ਗੱਲ ਸੁਣ ਕੇ ਖੁਸ਼ ਹੋ ਗਈ ਲੇਕਿਨ ਫਿਰ ਵੀ ਹਾਲੇ ਮੇਰੇ ਦਿਲ ਵਿੱਚ ਇੱਕ ਗੱਲ ਆ ਰਹੀ ਸੀ। ਮੈਂ ਕਹਿਣ ਲੱਗੀ ਮੁਕੇਸ਼ ਜੇ ਡਾਕਟਰਾਂ ਨੇ ਕਹਿ ਦਿੱਤਾ ਕਿ ਆਪਣੀ ਬੇਟੀ ਜਨਮ ਤੋਂ ਹੀ ਅੰਨੀ ਆ ਤਾਂ ਆਪਾਂ ਕੀ ਕਰਾਂਗੇ।
ਮੁਕੇਸ਼ ਕਹਿਣ ਲੱਗੇ ਕਿ ਆਪਾਂ ਕੁਝ ਨਹੀਂ ਕਰਾਂਗੇ, ਬਸ ਰੱਬ ਦੀ ਕਿਰਪਾ ਨਾਲ ਉਸ ਦਾ ਹੀ ਸ਼ੁਕਰੀਆ ਕਰਾਂਗੇ ਕਿ ਉਹਨਾਂ ਨੇ ਆਪਾਂ ਨੂੰ ਇੰਨੇ ਸਾਲਾਂ ਬਾਅਦ ਔਲਾਦ ਦਿੱਤੀ ਆ, ਆਪਣੀ ਬੇਟੀ ਦੇ ਰੂਪ ਵਿੱਚ, ਜਿਸ ਦੇ ਲਈ ਆਪਾਂ ਤਰਸ ਰਹੇ ਸੀ। ਜੇ ਉਸ ਦੇ ਵਿੱਚ ਕੋਈ ਕਮੀ ਆ ਤਾਂ ਇਹ ਵੀ ਰੱਬ ਦੀ ਕੋਈ ਮਰਜ਼ੀ ਹੋਵੇਗੀ ਅਤੇ ਹਾਂ, ਆਪਾਂ ਨੂੰ ਹਰ ਹਾਲ ਵਿੱਚ ਆਪਣੇ ਰੱਬ ਦੀ ਮਰਜ਼ੀ ਨੂੰ ਐਕਸੈਪਟ ਕਰ ਲੈਣਾ ਚਾਹੀਦਾ। ਮੈਂ ਆਪਣੇ ਪਤੀ ਦੇ ਗੱਲ ਤੇ ਐਗਰੀ ਕਰ ਗਈ। ਮੈਂ ਉਸ ਦੀ ਗੱਲ ਤੇ ਸਿਰ ਹਿਲਾ ਦਿੱਤਾ ਤੇ ਕਮਰੇ ਤੋਂ ਬਾਹਰ ਨਿਕਲ ਕੇ ਕਿਚਨ ਦੇ ਕੰਮਾਂ 'ਚ ਬਿਜੀ ਹੋ ਗਈ। ਕਿਚਨ ਵਿੱਚ ਕੰਮ ਕਰਦੇ ਟਾਈਮ ਇਹੀ ਸੋਚ ਕੇ ਪਰੇਸ਼ਾਨ ਹੋ ਰਹੀ ਸੀ ਕਿ ਕਿਤੇ ਅਜਿਹਾ ਨਾ ਹੋ ਜਾਵੇ ਕਿ ਮੇਰੀ ਬੇਟੀ ਜਨਮ ਤੋਂ ਹੀ ਅੰਨ੍ਹੀ ਹੋਵੇ। ਸਾਰਾ ਦਿਨ ਮੈਂ ਕੁਝ ਖਾਧਾ ਵੀ ਨਹੀਂ। ਟੈਨਸ਼ਨ ਦੀ ਵਜ੍ਹਾ ਨਾਲ ਮੈਨੂੰ ਕੁਝ ਚੰਗਾ ਹੀ ਨਾ ਲੱਗ ਰਿਹਾ ਸੀ। ਰਾਤ ਨੂੰ ਢੰਗ ਨਾਲ ਨੀਂਦ ਵੀ ਨਹੀਂ ਆ ਪਾ ਰਹੀ ਸੀ। ਮੈਨੂੰ ਆਪਣੀ ਬੇਟੀ ਨਾਲ ਬਹੁਤ ਪਿਆਰ ਸੀ। ਮੈਨੂੰ ਆਪਣੀ ਬੇਟੀ ਦੀ ਆਉਣ ਵਾਲੀ ਜ਼ਿੰਦਗੀ ਦੀ ਹਮੇਸ਼ਾ ਫਿਕਰ ਲੱਗੀ ਰਹਿੰਦੀ ਸੀ ਕਿ ਜੇ ਉਹ ਇਸ ਤਰ੍ਹਾਂ ਹੀ ਅੰਨ੍ਹੀ ਰਹੀ ਤਾਂ ਆਉਣ ਵਾਲੇ ਟਾਈਮ ਵਿੱਚ ਉਸ ਦਾ ਵਿਆਹ ਕਿਵੇਂ ਹੋਵੇਗਾ, ਕੌਣ ਉਸ ਨੂੰ ਅਪਣਾਵੇਗਾ। ਸਵੇਰੇ ਜਦੋਂ ਮੈਂ ਉੱਠੀ ਤਾਂ ਮੇਰੇ ਸਿਰ ਵਿੱਚ ਬਹੁਤ ਤੇਜ਼ ਦਰਦ ਹੋ ਰਿਹਾ ਸੀ। ਰੋ ਰੋ ਕੇ ਮੇਰੀਆਂ ਅੱਖਾਂ ਵੀ ਸੁੱਜ ਚੁੱਕੀਆਂ ਸੀ। ਹਸਪਤਾਲ ਜਾਣਾ ਅਜਿਹਾ ਲੱਗ ਰਿਹਾ ਸੀ ਜਿਵੇਂ ਮੈਨੂੰ ਕਿਸੇ ਬਹੁਤ ਵੱਡੀ ਮੁਸੀਬਤ ਦੇ ਕੋਲ ਲੈ ਕੇ ਜਾ ਰਹੇ ਹਨ। ਫਿਲਹਾਲ ਸਵੇਰੇ 11 ਵੱਜ ਰਹੇ ਸੀ। ਮੇਰੇ ਪਤੀ ਨੇ ਕਿਹਾ ਕਿ ਸ਼ਹਿਰ ਦੇ ਸਭ ਤੋਂ ਵੱਡੇ ਡਾਕਟਰ ਤੋਂ ਆਪਣੀ ਬੇਟੀ ਦੇ ਲਈ ਸਾਰੀ ਇਨਫੋਰਮੇਸ਼ਨ ਲੈ ਕੇ ਆ ਗਿਆ ਮੈਂ। ਤੂੰ ਜਲਦੀ ਨਾਲ ਤਿਆਰ ਹੋ ਜਾ ਤੇ ਪਿੰਕੀ ਨੂੰ ਵੀ ਤਿਆਰ ਕਰ ਲੈ, ਆਪਾਂ ਡਾਕਟਰ ਦੇ ਕੋਲ ਚੱਲ ਰਹੇ ਹਾਂ। ਮੇਰੀ ਬੇਟੀ ਬਹੁਤ ਚੰਗੀ ਸੀ। ਉਸਨੇ ਕਦੇ ਮੈਨੂੰ ਤੰਗ ਨਹੀਂ ਕੀਤਾ ਸੀ। ਮੈਂ ਉਸ ਨੂੰ ਜਿਵੇਂ ਕਹਿੰਦੀ ਉਹ ਉਸੇ ਤਰ੍ਹਾਂ ਕਰਦੀ। ਭਲੇ ਹੀ ਉਸ ਦੀਆਂ ਅੱਖਾਂ ਤੋਂ ਉਸ ਨੂੰ ਦਿਖਾਈ ਨਹੀਂ ਦਿੰਦਾ ਸੀ, ਲੇਕਿਨ ਉਹ ਹਰ ਚੀਜ਼ ਮਹਿਸੂਸ ਕਰਕੇ ਆਪਣੇ ਖਿਡੌਣਿਆਂ ਦੇ ਨਾਲ ਖੇਲਦੀ ਰਹਿੰਦੀ। ਉਹ ਮੁਹੱਲੇ ਦੇ ਬਾਕੀ ਬੱਚਿਆਂ ਦੀ ਤਰ੍ਹਾਂ ਜਿੱਦ ਵੀ ਨਹੀਂ ਕਰਦੀ ਸੀ। ਮੈਂ ਆਪਣੀ ਬੇਟੀ ਨੂੰ ਪਿਆਰੀ ਜਿਹੀ ਫਰਾਕ ਬਣਾ ਦਿੱਤੀ ਜਿਸ ਨੂੰ ਪਹਿਨ ਕੇ ਉਹ ਬਹੁਤ ਪਿਆਰੀ ਲੱਗ ਰਹੀ ਸੀ। ਮੈਂ ਤਿਆਰ ਹੋ ਗਈ। ਉਸ ਦੇ ਬਾਅਦ ਅਸੀਂ ਡਾਕਟਰ ਦੇ ਕੋਲ ਚਲੇ ਗਏ। ਡਾਕਟਰ ਨੇ ਮੇਰੀ ਬੇਟੀ ਦੀਆਂ ਅੱਖਾਂ ਦਾ ਪੂਰਾ ਚੈੱਕਅਪ ਕਰ ਲਿਆ। ਚੈੱਕਅਪ ਕਰਨ ਤੋਂ ਬਾਅਦ ਉਹ ਕਹਿਣ ਲੱਗੇ, ਤੁਹਾਡੀ ਬੇਟੀ ਦੇ ਨਾਲ ਕੋਈ ਪਰੇਸ਼ਾਨੀ ਨਹੀਂ। ਜਿਵੇਂ ਜਿਵੇਂ ਤੁਹਾਡੀ ਬੇਟੀ ਦੀ ਉਮਰ ਵੱਧਦੀ ਚਲੀ ਜਾਵੇਗੀ ਉਵੇਂ ਉਵੇਂ ਉਸ ਦੀਆਂ ਅੱਖਾਂ ਦੀ ਰੋਸ਼ਨੀ ਵੀ ਆ ਜਾਵੇਗੀ। ਕਈ ਬੱਚਿਆਂ ਦੀ ਆਈਸਾਈਡ ਵੀਕ ਹੁੰਦੀ ਆ, ਇਸ ਵਜ੍ਹਾ ਨਾਲ ਉਹ ਥੋੜੀ ਦੇਰ ਤੱਕ ਤੋਂ ਦੇਖ ਪਾਉਂਦੇ ਆ। ਤੁਸੀਂ ਫਿਕਰ ਨਾ ਕਰੋ, ਤੁਹਾਡੀ ਬੇਟੀ ਦੀਆਂ ਅੱਖਾਂ ਦੀ ਰੋਸ਼ਨੀ ਵਾਪਸ ਆ ਜਾਵੇਗੀ। ਬਸ ਤੁਹਾਨੂੰ ਬੇਟੀ ਦਾ ਖਿਆਲ ਰੱਖਣਾ ਹੋਵੇਗਾ। ਮੈਂ ਹਾਲੇ ਥੋੜੀ ਦਵਾਈ ਦੇ ਰਿਹਾ, ਤੁਹਾਡੀ ਬੇਟੀ ਦੀਆਂ ਅੱਖਾਂ ਦੀ ਰੋਸ਼ਨੀ ਹੌਲੀ ਹੌਲੀ ਸਾਫ਼ ਹੋਣ ਲੱਗੇਗੀ। ਇਸ ਤੋਂ ਇਲਾਵਾ ਸਾਡੇ ਕੋਲ ਕਾਫੀ ਸਾਰੀ ਫੈਸਿਲਿਟੀਜ਼ ਵੀ ਮੌਜੂਦ ਹਨ। ਤੁਸੀਂ ਚਾਹੋ ਤਾਂ ਆਪਣੀ ਬੇਟੀ ਨੂੰ ਸਾਡੇ ਆਈ ਸੈਂਟਰ ਭੇਜ ਕੇ ਉਸ ਦੀ ਟ੍ਰੇਨਿੰਗ ਕਰਵਾ ਸਕਦੇ ਹੋ। ਤੁਸੀਂ ਹਰ ਹਫ਼ਤੇ ਆਪਣੀ ਬੇਟੀ ਨੂੰ ਕਲੀਨਿਕ 'ਤੇ ਲੈ ਆਇਆ ਕਰੋ, ਤੁਹਾਡੀ ਬੇਟੀ ਹੌਲੀ ਹੌਲੀ ਦੇਖਣ ਲੱਗੇਗੀ। ਡਾਕਟਰ ਦੀ ਗੱਲ ਸੁਣ ਕੇ ਮੈਨੂੰ ਅਜਿਹਾ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਮੇਰੇ ਮੋਢਿਆਂ 'ਤੇ ਭਾਰੀ ਬੋਝ ਉਤਾਰ ਦਿੱਤਾ ਹੋਵੇ। ਮੈਂ ਬਹੁਤ ਖੁਸ਼ ਹੋ ਗਈ। ਮੈਨੂੰ ਉਮੀਦ ਦੀ ਕਿਰਨ ਨਜ਼ਰ ਆਉਣ ਲੱਗੀ। ਇਸ ਲਈ ਮੈਂ ਆਪਣੇ ਪਤੀ ਨੂੰ ਵੀ ਕਹਿਣ ਲੱਗੀ ਕਿ ਤੁਸੀਂ ਸਾਨੂੰ ਸ਼ਾਪਿੰਗ ਮਾਲ ਲੈ ਕੇ ਚੱਲਿਓ ਮੇਰੀ ਪਿੰਕੀ ਦੇ ਲਈ। ਮੈਨੂੰ ਕੁਝ ਕੱਪੜੇ ਖਰੀਦਣੇ ਆ। ਫਿਰ ਮੇਰੀ ਬੇਟੀ ਵਾਸਤੇ ਕੱਪੜੇ ਲੈ ਲਏ। ਜਦੋਂ ਤੋਂ ਪਿੰਕੀ ਪੈਦਾ ਹੋਈ ਸੀ ਮੈਂ ਆਪਣਾ ਧਿਆਨ ਰੱਖਣਾ ਹੀ ਬੰਦ ਕਰ ਦਿੱਤਾ ਸੀ। ਮੈਨੂੰ ਤਾਂ ਪਹਿਨਣ ਦਾ ਵੀ ਹੋਸ਼ ਨਹੀਂ ਸੀ, ਨਾ ਹੀ ਖਾਣ ਪੀਣ ਦਾ। ਮੈਂ ਖੁਦ 'ਤੇ ਬਹੁਤ ਘੱਟ ਧਿਆਨ ਦਿਆ ਕਰਦੀ ਸੀ। ਬਸ ਮੈਨੂੰ ਹਮੇਸ਼ਾ ਆਪਣੇ ਪਤੀ ਅਤੇ ਬੇਟੀ ਦੀਆਂ ਹੀ ਖੁਸ਼ੀਆਂ ਦੀ ਫਿਕਰ ਲੱਗੀ ਰਹਿੰਦੀ ਸੀ। ਫਿਲਹਾਲ ਹੁਣ ਤਾਂ ਮੈਂ ਬਹੁਤ ਖੁਸ਼ ਰਹਿਣ ਲੱਗੀ ਕਿਉਂਕਿ ਡਾਕਟਰ ਨੇ ਮੇਰੀ ਟੈਨਸ਼ਨ ਥੋੜੀ ਘੱਟ ਕਰ ਦਿੱਤੀ ਸੀ। ਇਸੇ ਤਰ੍ਹਾਂ ਨਾਲ ਵਕਤ ਗੁਜ਼ਰਦਾ ਚਲਾ ਗਿਆ। ਅਸੀਂ ਉਸ ਡਾਕਟਰ ਦੇ ਬਹੁਤ ਪੈਸੇ ਖਰਚ ਕਰ ਦਿੱਤੇ। ਜਿਸ ਤਰ੍ਹਾਂ ਨਾਲ ਚੈੱਕਅਪ ਕਰਨ ਨੂੰ ਉਹ ਕਹਿੰਦਾ ਸੀ ਉਸ ਤਰ੍ਹਾਂ ਹੀ ਕਰਿਆ ਜਾਂਦਾ ਸੀ, ਇਹੀ ਸੋਚ ਕੇ ਕਿ ਸ਼ਾਇਦ ਸਾਡੀ ਬੇਟੀ ਦੇਖ ਸਕੇ। ਲੇਕਿਨ ਹੌਲੀ ਹੌਲੀ ਮੇਰੀ ਬੇਟੀ 7 ਸਾਲ ਦੀ ਹੋ ਚੁੱਕੀ ਸੀ ਅਤੇ ਉਸਨੇ ਹਾਲੇ ਤੱਕ ਕੁਝ ਵੀ ਦੇਖਣਾ ਨਹੀਂ ਸ਼ੁਰੂ ਕੀਤਾ ਸੀ। ਮੈਂ ਮੁਕੇਸ਼ ਨੂੰ ਕਿਹਾ, ਆਪਾਂ ਉਸ ਡਾਕਟਰ ਦੇ ਕੋਲ ਆਪਣੀ ਬੇਟੀ ਨੂੰ ਨਹੀਂ ਲੈ ਕੇ ਜਾਵਾਂਗੇ, ਆਪਾਂ ਆਪਣੀ ਬੇਟੀ ਨੂੰ ਕਿਸੇ ਹੋਰ ਚੰਗੇ ਡਾਕਟਰ ਨੂੰ ਦਿਖਾਵਾਂਗੇ। ਫਿਰ ਅਜਿਹਾ ਹੋਇਆ, ਅਸੀਂ ਸ਼ਹਿਰ ਦੇ ਕਈ ਹੋਰ ਡਾਕਟਰ ਨਹੀਂ ਛੱਡਿਆ ਜਿੱਥੇ ਅਸੀਂ ਆਪਣੀ ਬੇਟੀ ਨੂੰ ਨਾ ਲੈ ਕੇ ਗਏ ਹੋਗੇ। ਦੂਜੇ ਸ਼ਹਿਰ ਦੇ ਡਾਕਟਰਾਂ ਦੀ ਰਾਏ ਵੀ ਲਈ ਗਈ। ਅਸੀਂ ਆਪਣੀ ਬੇਟੀ ਨੂੰ ਉੱਥੇ ਹੀ ਲੈ ਜਾਂਦੇ ਜਿੱਥੇ ਕੋਈ ਦੱਸਦਾ। ਹਰ ਜਗ੍ਹਾ 'ਤੇ ਮਜੂਸੀ ਦੇ ਇਲਾਵਾ ਕੁਝ ਵੀ ਹੱਥ ਨਾ ਲੱਗਦਾ। ਉਸ ਦੇ ਬਾਅਦ ਅਸੀਂ ਕਿਸੇ ਰਿਸ਼ਤੇਦਾਰ ਨੇ ਸਾਨੂੰ ਸੁਜੈਸਟ ਕੀਤਾ ਕਿ ਤੁਸੀਂ ਡਾਕਟਰ ਨੂੰ ਛੱਡ ਕੇ ਕਿਸੇ ਹੋਮੋਪੈਥੀ ਡਾਕਟਰ ਨੂੰ ਦਿਖਾਓ। ਕਿਸੇ ਦੂਜੇ ਬੱਚੇ ਨੇ ਵੀ ਇਸੇ ਤਰ੍ਹਾਂ ਨਾਲ ਦੇਖਣਾ ਸ਼ੁਰੂ ਕੀਤਾ। ਉਹ ਡਾਕਟਰ ਬਹੁਤ ਚੰਗਾ ਹੈ, ਤੂੰ ਦੇਖਣਾ, ਤੇਰੀ ਬੇਟੀ ਦੇਖਣ ਲੱਗ ਜਾਵੇਗੀ। ਹੁਣ ਮੈਨੂੰ ਇੱਕ ਨਵਾਂ ਰਸਤਾ ਦਿਖਾਈ ਦੇ ਰਿਹਾ ਸੀ ਤੇ ਮੈਂ ਉਸ ਰਸਤੇ ਦੇ ਵੱਲ ਚੱਲ ਪਈ। ਕਈ ਸਾਲ ਸਾਡੇ ਇਸੇ ਤਰ੍ਹਾਂ ਹੀ ਬਰਬਾਦ ਹੋ ਗਏ ਤੇ ਫਿਰ ਅਸੀਂ ਵੈਦ ਤੰਤਰਿਕ ਇਹਨਾਂ ਲੋਕਾਂ 'ਤੇ ਆਪਣਾ ਪੈਸਾ ਬਰਬਾਦ ਕਰਨ ਲੱਗੇ।
ਅਤੇ ਇਸ ਤਰ੍ਹਾਂ ਹੀ ਕਰਦੇ ਕਰਦੇ ਮੇਰੀ ਬੇਟੀ 14 ਸਾਲ ਦੀ ਹੋ ਗਈ, ਪਰ ਹਾਲੇ ਤੱਕ ਵੀ ਉਸ ਕੁਝ ਦਿਖਾਈ ਨਹੀਂ ਦਿੰਦਾ ਸੀ। ਮੇਰੇ ਪਤੀ ਦੀ ਜਿੰਨੀ ਵੀ ਤਨਖਾਹ ਹੁੰਦੀ ਸੀ ਉਹ ਅਸੀਂ ਸਾਰੀ ਪਿੰਕੀ ਦੇ ਇਲਾਜ 'ਤੇ ਖਰਚ ਕਰ ਦਿਆ ਕਰਦੇ ਸੀ। ਇਸ ਲਈ ਜਦੋਂ ਅਸੀਂ ਬੁਢਾਪੇ ਦੇ ਲਈ ਵੀ ਸੇਵਿੰਗ ਨਹੀਂ ਕਰ ਪਾਏ ਸੀ। ਮੇਰੀ ਬੇਟੀ ਹੁਣ ਹੌਲੀ ਹੌਲੀ ਜਵਾਨ ਹੋ ਰਹੀ ਸੀ। ਉਹ ਇੰਨੀ ਖੂਬਸੂਰਤ ਹੋ ਰਹੀ ਸੀ ਕਿ ਮੈਂ ਉਸ ਨੂੰ ਦਿਲ ਭਰ ਕੇ ਦੇਖਣ ਤੋਂ ਵੀ ਡਰਦੀ ਸੀ ਕਿ ਕਿਤੇ ਮੇਰੀ ਬੇਟੀ ਨੂੰ ਮੇਰੀ ਨਜ਼ਰ ਨਾ ਲੱਗ ਜਾਵੇ। ਸਾਡੇ ਆਂਢ ਗੁਆਂਢ ਦੇ ਲੋਕ ਵੀ ਮੇਰੀ ਬੇਟੀ ਦੀ ਖੂਬਸੂਰਤੀ ਦੀ ਤਾਰੀਫ ਕਰਿਆ ਕਰਦੇ ਸੀ। ਸਭ ਲੋਕ ਇਹੀ ਕਿਹਾ ਕਰਦੇ ਸੀ, ਸ਼ਿਲਪਾ ਦੀ ਬੇਟੀ ਪਿੰਕੀ ਬਹੁਤ ਖੂਬਸੂਰਤ ਆ। ਜੇ ਵਿਚਾਰੀ ਦਿਖਦੀ ਹੁੰਦੀ ਤਾਂ ਹੁਣ ਨੂੰ ਇਸ ਦੇ ਘਰ ਰਿਸ਼ਤੇ ਆਉਣੇ ਸ਼ੁਰੂ ਹੋ ਜਾਂਦੇ। ਲੋਕਾਂ ਦੀਆਂ ਇਹ ਗੱਲਾਂ ਸੁਣ ਕੇ ਮੇਰਾ ਦਿਲ ਘਟਦਾ ਰਹਿੰਦਾ। ਮੇਰੀ ਉਮਰ ਇੰਨੀ ਨਹੀਂ ਸੀ, ਲੇਕਿਨ ਜ਼ਿਆਦਾ ਟੈਨਸ਼ਨ ਲੈਣ ਦੀ ਵਜ੍ਹਾ ਨਾਲ ਮੇਰੇ ਚਿਹਰੇ 'ਤੇ ਝੁਰੜੀਆਂ ਆਉਣ ਲੱਗੀਆਂ ਸੀ। ਮੈਂ ਵੱਡੀ ਉਮਰ ਦੀ ਦਿਖਣ ਲੱਗੀ ਸੀ। ਇੱਕ ਦਿਨ ਸਾਡੇ ਘਰੇ ਮੇਰੇ ਪਤੀ ਦੀ ਛੋਟੀ ਭੈਣ ਆਈ। ਉਸ ਦਾ ਵਿਆਹ ਬਿਜਨੌਰ ਵਿੱਚ ਹੋਇਆ ਸੀ, ਇਸ ਲਈ ਉਹ 2 ਦਿਨ ਦੇ ਲਈ ਸਾਡੇ ਘਰ ਆਈ ਸੀ। ਅੱਜ ਉਸ ਦੇ ਜਾਣ ਦਾ ਦਿਨ ਸੀ। ਸ਼ਾਮ ਦੇ 4 ਵਜੇ ਤੱਕ ਉਹ ਆਪਣੇ ਘਰ ਜਾਣ ਵਾਲੀ ਸੀ। ਉਸਨੇ ਮੈਨੂੰ ਦੱਸਿਆ ਕਿ ਭਾਬੀ, ਤੁਹਾਨੂੰ ਪਤਾ ਸਾਡੇ ਬਿਜਨੌਰ ਵਿੱਚ ਰਹਿਣ ਵਾਲੇ ਹੀ ਇੱਕ ਤਾਂਤਰਿਕ ਬਾਬਾ ਇੱਥੇ ਸ਼ਹਿਰ 'ਚ ਆਏ ਹੋਏ ਆ। ਉਹ ਇੱਥੇ ਕੁਝ ਲੋਕਾਂ ਦੀਆਂ ਪਰੇਸ਼ਾਨੀਆਂ ਹੱਲ ਕਰਨ ਦੇ ਲਈ ਆਏ ਆ। ਉਹਨਾਂ ਦੀ ਉਮਰ ਅਤੇ ਤਜਰਬਾ ਬਹੁਤ ਜ਼ਿਆਦਾ। ਬਹੁਤ ਲੋਕਾਂ ਦਾ ਇੰਨਾ ਚੰਗਾ ਇਲਾਜ ਕਰਿਆ ਹੈ ਕਿ ਉਹ ਬੇਉਮੀਦ ਲੋਕ ਵੀ ਉਸ ਤੋਂ ਉਮੀਦਾਂ ਲਗਾ ਬੈਠਦੇ ਆ। ਗੂੰਗੇ ਬੋਲਣ ਲੱਗਦੇ ਆ ਤੇ ਅੰਨੇ ਵੇਖਣ ਲੱਗਦੇ ਆ। ਉਹ ਪੈਸਾ ਤਾਂ ਥੋੜ੍ਹਾ ਜ਼ਿਆਦਾ ਲੈਂਦਾ, ਲੇਕਿਨ ਕੰਮ ਚੰਗਾ ਕਰਦਾ। ਵੈਸੇ ਵੀ ਤੁਸੀਂ ਤਾਂ ਆਪਣੀ ਬੇਟੀ 'ਤੇ ਹੁਣ ਤੱਕ ਕਾਫੀ ਪੈਸੇ ਖਰਚ ਕਰ ਚੁੱਕੇ ਹੋ। ਤੁਸੀਂ ਤਾਂ ਹਾਲੇ ਤੱਕ ਪਿੰਕੀ ਦੇ ਲਈ ਕੋਈ ਇਲਾਜ ਹੀ ਨਹੀਂ ਛੱਡਿਆ। ਮੈਨੂੰ ਉਮੀਦ ਆ ਕਿ ਤਾਂਤਰਿਕ ਬਾਬਾ ਦੇ ਇਲਾਜ ਨਾਲ ਆਪਣੀ ਪਿੰਕੀ ਵੀ ਦੇਖਣ ਲੱਗੇਗੀ। ਮੈਂ ਆਪਣੀ ਨਣਦ ਦੀਆਂ ਗੱਲਾਂ ਸੁਣ ਕੇ ਖੁਸ਼ ਹੋ ਗਈ। ਮੈਨੂੰ ਉਮੀਦ ਦੀ ਇੱਕ ਕਿਰਨ ਨਜ਼ਰ ਆਉਣ ਲੱਗੀ। ਅਜਿਹਾ ਲੱਗ ਰਿਹਾ ਸੀ ਜਿਵੇਂ ਕਈ ਦਿਨਾਂ ਤੋਂ ਹਨੇਰੇ ਦੇ ਬਾਅਦ ਥੋੜ੍ਹੀ ਰੌਸ਼ਨੀ ਨਜ਼ਰ ਆਉਣ ਲੱਗੀ। ਮੈਂ ਕਹਿਣ ਲੱਗੀ, ਕਾਜਲ, ਕੀ ਉਹ ਤਾਂਤਰਿਕ ਬਾਬਾ ਇੰਨਾ ਚੰਗਾ? ਮੇਰੀ ਬੇਟੀ ਠੀਕ ਹੋ ਜਾਵੇਗੀ ਤੇ ਉਹ ਆਪਣੀਆਂ ਅੱਖਾਂ ਤੋਂ ਦੇਖਣ ਲੱਗੇਗੀ। ਉਹ ਕਹਿਣ ਲੱਗੀ, ਭਾਬੀ, ਉਸ ਤਾਂਤਰਿਕ ਬਾਬੇ ਦੇ ਤਾਂ ਸਾਡੇ ਬਿਜਨੌਰ ਵਿੱਚ ਬਹੁਤ ਚਰਚੇ ਆ। ਉਹ ਸਿਰਫ ਇੱਥੇ 1 ਮਹੀਨੇ ਦੇ ਲਈ ਆਇਆ। ਇਸ ਤੋਂ ਪਹਿਲਾਂ ਉਹ ਇੱਥੋਂ ਚਲਾ ਜਾਵੇ ਕਿ ਤੁਸੀਂ ਉਸ ਦਾ ਫਾਇਦਾ ਉਠਾ ਲਵੋ। ਜ਼ਰੂਰ ਆਪਣੀ ਪਿੰਕੀ ਉਸ ਨੂੰ ਠੀਕ ਹੋ ਜਾਵੇਗੀ। ਤੁਹਾਨੂੰ ਪਤਾ, ਮੇਰੀ ਦਰਾਣੀ ਦੇ ਵੀ ਔਲਾਦ ਨਹੀਂ ਹੋਈ ਸੀ। ਵਿਆਹ ਦੇ ਪੂਰੇ 9 ਸਾਲ ਬਾਅਦ ਉਸ ਦਾ ਇਲਾਜ ਤਾਂਤਰਿਕ ਬਾਬੇ ਤੋਂ ਕਰਵਾਇਆ। ਉਸ ਦੇ ਬਾਅਦ ਉਸਨੇ ਇੱਕ ਬੇਟੀ ਨੂੰ ਜਨਮ ਦਿੱਤਾ। ਆਪਣੀ ਨਣਦ ਨੂੰ ਇਹ ਸਭ ਗੱਲਾਂ ਸੁਣ ਕੇ ਮੈਨੂੰ ਉਮੀਦ ਜਾਗਦੀ ਹੋਈ ਨਜ਼ਰ ਆ ਰਹੀ ਸੀ। ਮੈਂ ਕਾਜਲ ਤੋਂ ਉਸ ਤਾਂਤਰਿਕ ਬਾਬੇ ਦੇ ਬਾਰੇ ਵਿੱਚ ਸਾਰੀ ਇਨਫੋਰਮੇਸ਼ਨ ਲੈ ਲਈ। ਸ਼ਾਮ ਦੇ 4 ਵਜੇ ਤੱਕ ਮੇਰੀ ਨਣਦ ਆਪਣੇ ਪਤੀ ਦੇ ਨਾਲ ਆਪਣੇ ਸਹੁਰੇ ਬਿਜਨੌਰ ਚਲੀ ਗਈ ਅਤੇ ਉਸ ਦੇ ਬਾਅਦ ਮੇਰੇ ਪਤੀ ਆਫਿਸ ਤੋਂ ਜਦੋਂ ਘਰ ਆਏ ਤਾਂ ਮੈਂ ਉਸ ਨੂੰ ਆਪਣੀ ਨਣਦ ਕਾਜਲ ਦੇ ਬਾਰੇ ਦੱਸੇ ਹੋਏ ਤਾਂਤਰਿਕ ਬਾਬੇ ਦੇ ਬਾਰੇ ਦੱਸਿਆ। ਮੈਂ ਆਪਣੇ ਪਤੀ ਨੂੰ ਦੱਸਿਆ ਕਿ ਮੁਕੇਸ਼, ਅੱਜ ਕਾਜਲ ਦੱਸ ਰਹੀ ਸੀ ਕਿ ਬਿਜਨੌਰ ਵਿੱਚ ਸਾਡੇ ਸ਼ਹਿਰ ਵਿੱਚ ਇੱਕ ਤਾਂਤਰਿਕ ਬਾਬਾ ਆਇਆ। ਉਸ ਦੇ ਇਲਾਜ ਨਾਲ ਹਰ ਕੋਈ ਠੀਕ ਹੋ ਜਾਂਦਾ। ਮੈਂ ਚਾਹੁੰਦੀ ਹਾਂ ਕਿ ਤੁਸੀਂ ਮੇਰੇ ਨਾਲ ਚੱਲੋ। ਆਪਾਂ ਆਪਣੀ ਬੇਟੀ ਨੂੰ ਉਸ ਤਾਂਤਰਿਕ ਬਾਬੇ ਦੇ ਕੋਲ ਲੈ ਕੇ ਜਾਵਾਂਗੇ। ਮੈਨੂੰ ਉਸ ਤਾਂਤਰਿਕ ਬਾਬੇ ਤੋਂ ਬਹੁਤ ਉਮੀਦ ਲੱਗ ਰਹੀ ਆ, ਪਰ ਤਾਂਤਰਿਕ ਬਾਬੇ ਨੂੰ ਲੈ ਕੇ ਮੁਕੇਸ਼ ਦਾ ਬਿਹੇਵੀਅਰ ਕੁਝ ਅਜੀਬ ਜਿਹਾ ਲੱਗ ਰਿਹਾ ਸੀ। ਉਹਨਾਂ ਨੂੰ ਇਹ ਸਭ ਚੰਗਾ ਨਹੀਂ ਲੱਗ ਰਿਹਾ ਸੀ। ਮੈਂ ਕਹਿਣ ਲੱਗੀ, ਮੁਕੇਸ਼, ਤੁਸੀਂ ਪੈਸਿਆਂ ਦੀ ਪਰਵਾਹ ਨਾ ਕਰੋ। ਮੈਂ ਆਪਣੇ ਜੇਵਰ ਵੇਚ ਦਿਆਂਗੀ, ਲੇਕਿਨ ਆਪਣੀ ਬੇਟੀ ਦਾ ਇਲਾਜ ਕਰਵਾ ਕੇ ਰਹਾਂਗੀ। ਮੁਕੇਸ਼ ਕਹਿਣ ਲੱਗਿਆ, ਸ਼ਿਲਪਾ, ਕੀ ਅੱਜ ਤੱਕ ਮੈਂ ਕਦੇ ਪੈਸੇ ਦੀ ਪਰਵਾਹ ਕੀਤੀ ਆ? ਮੈਂ ਤਾਂ ਇਹ ਸੋਚ ਕੇ ਪਰੇਸ਼ਾਨ ਹੋ ਰਿਹਾ ਕਿ ਆਪਾਂ ਆਪਣੀ ਬੇਟੀ ਨੂੰ ਅੱਜ ਤੱਕ ਕਿੰਨੀਆਂ ਦਵਾਈਆਂ ਖਵਾਈਆਂ, ਕਿੰਨੇ ਯਤਨ ਕੀਤੇ ਆ, ਲੇਕਿਨ ਅੱਜ ਤੱਕ ਕਿਸੇ ਵੀ ਚੀਜ਼ ਦਾ ਕੋਈ ਅਸਰ ਨਹੀਂ ਹੋਇਆ। ਇਹ ਨਾ ਹੋਵੇ ਕਿ ਆਉਣ ਵਾਲਾ ਟਾਈਮ ਆਪਣੀ ਬੇਟੀ 'ਤੇ ਕੋਈ ਪਰੇਸ਼ਾਨੀ ਖੜਾ ਕਰ ਦੇਵੇ। ਮੈਂ ਗੁੱਸੇ ਨਾਲ ਉੱਠ ਕੇ ਖੜੀ ਹੋ ਗਈ ਤੇ ਮੈਂ ਮੁਕੇਸ਼ ਨੂੰ ਕਿਹਾ, ਮੈਨੂੰ ਨਹੀਂ ਪਤਾ, ਕੁਝ ਵੀ ਕਰਕੇ ਤੁਸੀਂ ਆਪਣੇ ਆਫਿਸ ਤੋਂ ਜਲਦੀ ਆ ਜਾਓ ਤੇ ਮੈਨੂੰ ਉਸ ਤਾਂਤਰਿਕ ਬਾਬੇ ਦੇ ਕੋਲ ਲੈ ਜਾਓ। ਬਸ ਫੈਸਲਾ ਹੋ ਗਿਆ। ਜਿਵੇਂ ਮੈਂ ਕਿਹਾ ਉਵੇਂ ਹੀ ਹੋਣਾ ਚਾਹੀਦਾ। ਮੈਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਮੁਕੇਸ਼ ਕਦੇ ਵੀ ਮੇਰੀ ਗੱਲ ਨੂੰ ਨਹੀਂ ਟਾਲਦੇ। ਉਹ ਮੇਰੀ ਉਮੀਦ 'ਤੇ ਖਰੇ ਉਤਰਨਗੇ। ਅਗਲੇ ਦਿਨ ਉਹ ਆਫਿਸ ਵਿੱਚ ਜਲਦੀ ਹੀ ਛੁੱਟੀ ਲੈ ਕੇ ਆ ਗਏ। ਸ਼ਾਮ ਦੇ 4 ਵਜੇ ਦੇ ਟਾਈਮ 'ਤੇ ਆਪਣੀ ਬੇਟੀ ਨੂੰ ਤਾਂਤਰਿਕ ਬਾਬਾ ਦੇ ਕੋਲ ਲੈ ਕੇ ਚਲੇ ਗਏ। ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਅੱਜ ਪਿੰਕੀ ਵੀ ਸਾਡੇ ਨਾਲ ਚੱਲਣ ਲਈ ਮਨਾ ਕਰ ਰਹੀ ਸੀ। ਕਹਿ ਰਹੀ ਸੀ, ਮਾਂ, ਮੈਂ ਆਪਣਾ ਇਲਾਜ ਕਰਵਾਉਂਦੇ ਥੱਕ ਗਈ ਹਾਂ, ਹੁਣ ਮੈਨੂੰ ਕਿਤੇ ਨਹੀਂ ਜਾਣਾ। ਜੋ ਕਮੀ ਮੇਰੇ ਅੰਦਰ ਹੈ ਮੈਂ ਉਸ ਨੂੰ ਐਕਸੈਪਟ ਕਰ ਲਿਆ। ਹੁਣ ਤੁਸੀਂ ਮੈਨੂੰ ਮੇਰੇ ਹਾਲ 'ਤੇ ਛੱਡ ਦੇਵੋ। ਮੈਂ ਆਪਣੀ ਬੇਟੀ ਦੀ ਇਹ ਗੱਲ ਸੁਣ ਕੇ ਅੱਖਾਂ ਭਰ ਆਈ। ਮੈਂ ਆਪਣੀ ਬੇਟੀ ਨੂੰ ਲਿਜਾਣ ਦੇ ਲਈ ਉਸ ਦੇ ਅੱਗੇ ਹੱਥ ਜੋੜ ਕੇ ਖੜੀ ਹੋ ਗਈ ਤੇ ਕਹਿਣ ਲੱਗੀ, ਬੇਟੀ,
ਅੱਜ ਮੈਨੂੰ ਇੱਕ ਵਾਰ ਆਖਰੀ ਮੌਕਾ ਦੇ ਦੇ, ਉਸ ਦੇ ਬਾਅਦ ਮੈਂ ਤੈਨੂੰ ਕਦੇ ਵੀ ਜਾਣ ਦੇ ਲਈ ਨਹੀਂ ਕਹੂੰਗੀ। ਉਹ ਮੇਰੀ ਗੱਲ ਮੰਨ ਗਈ ਤੇ ਅਸੀਂ ਤਾਂਤਰਿਕ ਬਾਬਾ ਦੀ ਦੁਕਾਨ ਤੱਕ ਚਲੇ ਗਏ। ਉੱਥੇ ਕੁਝ ਜ਼ਿਆਦਾ ਹੀ ਭੀੜ ਲੱਗੀ ਹੋਈ ਸੀ। ਅਜਿਹਾ ਲੱਗ ਰਿਹਾ ਸੀ ਜਿਵੇਂ ਸਾਡਾ ਨੰਬਰ ਤਾਂ ਬਹੁਤ ਟਾਈਮ ਬਾਅਦ ਆਉਣ ਵਾਲਾ। ਮੈਂ ਆਪਣੇ ਪਤੀ ਦੇ ਵੱਲ ਦੇਖਿਆ ਤੇ ਕਹਿਣ ਲੱਗੀ, ਦੇਖੋ ਇੱਥੇ ਕਿੰਨੀ ਭੀੜ ਆ। ਇਹ ਸਾਰੇ ਲੋਕ ਆਪਣਾ ਟਾਈਮ ਵੇਸਟ ਕਰਨ ਤਾਂ ਨਹੀਂ ਆਏ। ਇਹਨਾਂ ਲੋਕਾਂ ਨੂੰ ਫਾਇਦਾ ਹੁੰਦਾ ਹੋਵੇਗਾ ਤਾਂ ਹੀ ਇੱਥੇ ਆਏ ਆ। ਮੇਰੇ ਪਤੀ ਵੀ ਗੌਰ ਨਾਲ ਭੀੜ ਨੂੰ ਦੇਖ ਰਹੇ ਸੀ। ਉਹਨਾਂ ਨੇ ਸਿਰ ਹਿਲਾ ਦਿੱਤਾ। ਸਾਡਾ ਨੰਬਰ ਆਉਣ ਵਿੱਚ ਹਾਲੇ ਬਹੁਤ ਦੇਰ ਸੀ, ਕਿਉਂਕਿ ਬਹੁਤ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸੀ। 7 ਵੱਜ ਚੁੱਕੇ ਸੀ ਤੇ ਕਿਤੇ ਜਾ ਕੇ ਸਾਡਾ ਨੰਬਰ ਆਇਆ। ਅਸੀਂ ਬਾਬੇ ਦੇ ਕੋਲ ਪਹੁੰਚੇ। ਅਸੀਂ ਆਪਣੀ ਬੇਟੀ ਪਿੰਕੀ ਨੂੰ ਅੱਗੇ ਕਰ ਦਿੱਤਾ ਤੇ ਉਸ ਨੂੰ ਦੱਸਿਆ ਕਿ ਮੇਰੀ ਬੇਟੀ ਬਚਪਨ ਤੋਂ ਹੀ ਅੰਨੀ ਆ। ਮੈਂ ਚਾਹੁੰਦੀ ਹਾਂ ਕਿ ਮੇਰੀ ਬੇਟੀ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਜਾਵੇ ਤੇ ਉਹ ਇਸ ਦੁਨੀਆ ਨੂੰ ਦੇਖ ਸਕੇ। ਤਾਂਤਰਿਕ ਬਾਬੇ ਨੇ ਜਿਵੇਂ ਹੀ ਮੇਰੀ ਬੇਟੀ ਨੂੰ ਦੇਖਿਆ, ਉਸ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਮੁਸਕਰਾਹਟ ਆ ਗਈ। ਉਹ ਮੁਸਕਰਾ ਕੇ ਇਹ ਕਹਿਣ ਲੱਗੇ, ਭੈਣ ਜੀ ਤੂੰ ਆਪਣੀ ਬੇਟੀ ਨੂੰ ਬਿਲਕੁਲ ਠੀਕ ਜਗ੍ਹਾ ਤੇ ਲੈ ਕੇ ਆਈ ਆ। ਤੇਰੀ ਬੇਟੀ ਮੇਰੇ ਲਈ ਬਹੁਤ ਸਪੈਸ਼ਲ ਆ। ਮੈਂ ਇਸ ਦਾ ਇਲਾਜ ਵੀ ਸਪੈਸ਼ਲ ਤਰੀਕੇ ਨਾਲ ਕਰਨਾ ਚਾਹੁੰਦਾ। ਤੂੰ ਦੇਖਿਆ, ਮੈਂ ਸਾਰੇ ਲੋਕਾਂ ਦਾ ਇਲਾਜ ਇੱਥੇ ਬੁਲਾ ਕੇ ਹੀ ਕੀਤਾ, ਲੇਕਿਨ ਤੇਰੀ ਬੇਟੀ ਦਾ ਇਲਾਜ ਮੈਂ ਤੇਰੇ ਘਰ ਜਾ ਕੇ ਕਰਨਾ ਚਾਹੁੰਦਾ। ਮੈਨੂੰ ਆਪਣਾ ਐਡਰੈਸ ਦੱਸ ਦੇ ਤਾਂ ਕਿ ਮੈਂ ਤਸੱਲੀ ਨਾਲ ਇਸ ਲੜਕੀ ਦਾ ਇਲਾਜ ਕਰ ਸਕਾਂ। ਮੇਰੇ ਪਤੀ ਨੇ ਇੱਕ ਪਰਚੀ ਤੇ ਉਹਨਾਂ ਨੂੰ ਸਾਡੇ ਘਰ ਦਾ ਐਡਰੈਸ ਲਿਖ ਦਿੱਤਾ। ਬਾਬਾ ਮੇਰੇ ਵੱਲ ਦੇਖ ਕੇ ਕਹਿਣ ਲੱਗਿਆ, ਭੈਣ ਜੀ ਤੇਰੀ ਬੇਟੀ ਦੀਆਂ ਅੱਖਾਂ ਦੀ ਰੌਸ਼ਨੀ ਜਲਦੀ ਵਾਪਸ ਆ ਜਾਵੇਗੀ। ਉਸ ਦੇ ਬਾਅਦ ਤੂੰ ਮੇਰੇ ਬਾਰੇ ਸਭ ਨੂੰ ਦੱਸਣਾ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਮੇਰੇ ਕੋਲ ਆ ਸਕਣ ਤੇ ਸਿਹਤਮੰਦ ਹੋ ਸਕਣ। ਤੂੰ ਕੱਲ੍ਹ ਨੂੰ ਆਪਣੇ ਘਰ ਦੇ ਦਰਵਾਜ਼ੇ ਖੁੱਲ੍ਹੇ ਰੱਖੀ। ਮੈਂ ਤੇਰੇ ਘਰ ਪਹੁੰਚ ਜਾਊਂਗਾ। ਮੈਂ ਬੜੀ ਖੁਸ਼ੀ ਉੱਥੋਂ ਵਾਪਸ ਆ ਗਈ, ਲੇਕਿਨ ਮੇਰੇ ਪਤੀ ਮੁਕੇਸ਼ ਕੁਝ ਉਦਾਸ ਜਿਹੇ ਨਜ਼ਰ ਆ ਰਹੇ ਸੀ। ਮੈਨੂੰ ਕਹਿਣ ਲੱਗੇ, ਸ਼ਿਲਪਾ ਮੈਨੂੰ ਇਹ ਬਾਬਾ ਕੁਝ ਠੀਕ ਨਹੀਂ ਲੱਗ ਰਿਹਾ। ਮੈਨੂੰ ਤਾਂ ਸ਼ਕਲ ਤੋਂ ਹੀ ਢੋਂਗੀ ਲੱਗਦਾ। ਮੈਂ ਉਸ ਨੂੰ ਡਾਂਟ ਦਿੱਤਾ ਤੇ ਕਹਿਣ ਲੱਗੀ, ਮੁਕੇਸ਼ ਤੁਸੀਂ ਵੀ ਹੱਦ ਕਰਦੇ ਹੋ। ਆਖਰ ਤੁਸੀਂ ਉਹਨਾਂ ਦੀ ਅਜਿਹੀ ਕਿਹੜੀ ਹਰਕਤ ਦੇਖ ਲਈ ਜੋ ਤੁਹਾਨੂੰ ਉਹ ਢੋਂਗੀ ਨਜ਼ਰ ਆਉਂਦੇ ਆ? ਤੁਸੀਂ ਤਾਂ ਪਹਿਲਾਂ ਹੀ ਉਹਨਾਂ ਤੇ ਯਕੀਨ ਨਹੀਂ ਕਰ ਰਹੇ ਸੀ। ਜੇ ਅਜਿਹਾ ਹੀ ਰਿਹਾ ਤਾਂ ਆਪਣੀ ਬੇਟੀ ਦਾ ਇਲਾਜ ਕਿਵੇਂ ਹੋਵੇਗਾ? ਮੁਕੇਸ਼ ਨੇ ਕਿਹਾ, ਚਲੋ ਠੀਕ ਆ, ਤੇਰੀ ਮਰਜ਼ੀ, ਜਿਵੇਂ ਦਿਲ ਚਾਹੇ ਉਵੇਂ ਕਰ। ਮੈਂ ਮੁਕੇਸ਼ ਨੂੰ ਸਖਤੀ ਨਾਲ ਮਨਾ ਕਰ ਦਿੱਤਾ ਕਿ ਤੁਸੀਂ ਆਂਢ ਗੁਆਂਢ ਵਿੱਚ ਕਿਸੇ ਨੂੰ ਵੀ ਇਸ ਦੇ ਬਾਰੇ ਵਿੱਚ ਨਹੀਂ ਦੱਸਣਾ ਕਿ ਆਪਣੇ ਘਰ ਤਾਂਤਰਿਕ ਬਾਬਾ ਆਉਣ ਵਾਲਾ ਤੇ ਆਪਣੀ ਬੇਟੀ ਦਾ ਘਰ ਆ ਕੇ ਇਲਾਜ ਕਰਨਗੇ। ਇਸ ਤਰ੍ਹਾਂ ਨਾਲ ਜੇ ਲੋਕਾਂ ਨੂੰ ਪਤਾ ਚੱਲ ਗਿਆ ਤਾਂ ਫਿਰ ਲੋਕ ਆਪਣੇ ਘਰ ਆ ਜਾਣਗੇ। ਮੇਰੀ ਬੇਟੀ ਦਾ ਇਲਾਜ ਠੀਕ ਤਰ੍ਹਾਂ ਨਹੀਂ ਹੋ ਪਾਵੇਗਾ। ਮੁਕੇਸ਼ ਮੇਰੀ ਗੱਲ ਨੂੰ ਚੰਗੀ ਤਰ੍ਹਾਂ ਨਾਲ ਸਮਝ ਗਏ। ਮੈਂ ਬਹੁਤ ਜ਼ਿਆਦਾ ਖੁਸ਼ ਸੀ ਕਿ ਚਲੋ ਮੇਰੀ ਬੇਟੀ ਹੁਣ ਜਲਦੀ ਠੀਕ ਹੋਣ ਵਾਲੀ ਆ। ਮੈਂ ਆਪਣੀ ਬੇਟੀ ਨੂੰ ਕਿਹਾ, ਬਿਲਕੁਲ ਠੀਕ ਹੋ ਜਾਵੇਗੀ ਤੇ ਆਪਾਂ ਦੋਨੋਂ ਮਾਂ ਬੇਟੀ ਘੁੰਮਣ ਚੱਲਿਆ ਕਰਾਂਗੀਆਂ ਤੇ ਮੈਂ ਤੈਨੂੰ ਖੂਬ ਸਾਰੀ ਸ਼ਾਪਿੰਗ ਕਰਾਉਂਗੀ, ਮੂਵੀਆਂ ਦਿਖਾਉਂਗੀ, ਪਾਰਕ ਵਿੱਚ ਘੁਮਾਉਣ ਲੈ ਕੇ ਜਾਇਆ ਕਰੂੰਗੀ। ਉਹ ਮੇਰੀ ਗੱਲ ਸੁਣ ਕੇ ਹੱਸਣ ਲੱਗੀ ਤੇ ਕਹਿਣ ਲੱਗੀ, ਮਾਂ ਮੈਂ ਵੀ ਸਭ ਦੇਖਣਾ ਚਾਹੁੰਦੀ ਆ। ਆਖਰ ਇਹ ਦੁਨੀਆ ਕਿਹੋ ਜਿਹੀ ਆ। ਮੈਂ ਆਪਣੀ ਬੇਟੀ ਨੂੰ ਤਸੱਲੀ ਦਿੱਤੀ ਤੇ ਕਿਹਾ ਕਿ ਤੂੰ ਬਿਲਕੁਲ ਠੀਕ ਹੋ ਜਾਵੇਂਗੀ। ਮੇਰੀ ਬੇਟੀ ਵੀ ਇਹੀ ਚਾਹੁੰਦੀ ਸੀ ਕਿ ਉਹ ਬਿਲਕੁਲ ਠੀਕ ਹੋ ਜਾਵੇ, ਆਪਣੀਆਂ ਅੱਖਾਂ ਨਾਲ ਸਭ ਕੁਝ ਦੇਖ ਸਕੇ। ਫਿਲਹਾਲ ਮੈਂ ਆਪਣੇ ਪਤੀ ਨੂੰ ਕਹਿ ਦਿੱਤਾ ਸੀ ਕਿ ਉਹ ਨਾਸ਼ਤੇ ਦਾ ਸਮਾਨ ਲੈ ਕੇ ਆਉਣ ਅਤੇ ਮਾਰਕੀਟ ਤੋਂ ਖਾਣਾ ਵੀ 1-2 ਵੈਰਾਈਟੀਆਂ ਹੋਰ ਲੈ ਕੇ ਆਉਣ। ਮੈਂ ਚਾਹੁੰਦੀ ਸੀ ਕਿ ਬਾਬਾ ਸਾਡੇ ਘਰ ਵਿੱਚ ਹੀ ਖਾਣਾ ਖਾਵੇ ਤੇ ਨਾਸ਼ਤਾ ਕਰੇ। ਮੁਕੇਸ਼ ਸਮਾਨ ਲੈ ਆਏ। ਹੁਣ ਸਾਨੂੰ ਸਿਰਫ ਬਾਬੇ ਦੇ ਆਉਣ ਦਾ ਇੰਤਜ਼ਾਰ ਸੀ। ਮੈਂ ਆਪਣੇ ਘਰ ਦੇ ਦਰਵਾਜ਼ੇ ਖੁੱਲ੍ਹੇ ਹੀ ਛੱਡ ਦਿੱਤੇ। ਠੀਕ ਸ਼ਾਮ 6 ਵਜੇ ਬਾਬਾ ਤੇ ਉਸ ਦੇ ਨਾਲ ਇੱਕ ਆਦਮੀ ਆਇਆ। ਸ਼ਾਇਦ ਉਹ ਉਸ ਦਾ ਚੇਲਾ ਸੀ। ਮੈਂ ਬਾਬੇ ਨੂੰ ਗੈਸਟ ਰੂਮ ਵਿੱਚ ਲੈ ਗਈ। ਮੈਂ ਬਾਬੇ ਨੂੰ ਕਿਹਾ, ਬਾਬਾ ਜੀ ਤੁਸੀਂ ਪਹਿਲਾਂ ਖਾਣਾ ਖਾ ਲਓ, ਉਸ ਦੇ ਬਾਅਦ ਚਾਹ ਨਾਸ਼ਤਾ ਕਰ ਲਿਓ। ਉਹ ਕਹਿਣ ਲੱਗੇ ਕਿ ਨਹੀਂ, ਪਹਿਲਾਂ ਮੈਂ ਤੁਹਾਡੀ ਬੇਟੀ ਦਾ ਇਲਾਜ ਸ਼ੁਰੂ ਕਰੂੰਗਾ, ਉਸ ਦੇ ਬਾਅਦ ਸਭ ਲੋਕ ਮਿਲ ਕੇ ਖਾਣਾ ਖਾਵਾਂਗੇ। ਤੇਰਾ ਪਤੀ ਕਿੱਥੇ ਆ? ਉਸ ਨੂੰ ਵੀ ਇਸੇ ਕਮਰੇ 'ਚ ਬੁਲਾ ਲਓ। ਮੈਂ ਮੁਕੇਸ਼ ਨੂੰ ਵੀ ਕਮਰੇ 'ਚ ਲੈ ਆਈ। ਉਹਨਾਂ ਨੇ ਪਿੰਕੀ ਨੂੰ ਆਪਣੇ ਸਾਹਮਣੇ ਬਿਠਾ ਲਿਆ। ਫਿਰ ਉਸਨੇ ਆਪਣੀ ਜੇਬ 'ਚੋਂ 2 ਕਾਗਜ਼ ਦੀਆਂ ਪੁੜੀਆਂ ਕੱਢੀਆਂ। ਫਿਰ ਮੈਨੂੰ ਕਹਿਣ ਲੱਗੇ ਕਿ 2 ਗਲਾਸ ਸਾਦਾ ਪਾਣੀ ਲੈ ਕੇ ਆਓ। ਬਾਬਾ ਨੇ ਉਹ ਪੜ੍ਹਨਾ ਪੁੜੀਆਂ ਦੋਨੋਂ ਗਲਾਸਾਂ 'ਚ ਪਾ ਦਿੱਤੀਆਂ ਤੇ ਕਹਿਣ ਲੱਗੇ, ਇਹ ਪਾਣੀ ਹੁਣ ਤੁਸੀਂ ਦੋਨੋਂ ਪਤੀ ਪਤਨੀ ਪੀ ਲਓ। ਪਾਣੀ ਪੀ ਕੇ ਤੁਸੀਂ ਦੋਨਾਂ ਨੇ ਆਪਣੀ ਬੇਟੀ ਦੀਆਂ ਅੱਖਾਂ 'ਤੇ ਫੂਕ ਮਾਰ ਦੇਣੀ ਆ। ਮੈਂ ਤਾਂ ਉਹ ਪਾਣੀ ਇੱਕ ਵਾਰ 'ਚ ਹੀ ਪੀ ਲਿਆ, ਲੇਕਿਨ ਮੇਰੇ ਪਤੀ ਨੇ ਤਾਂ ਇੱਕ ਘੁੱਟ ਪੀਂਦੇ ਹੀ ਗਲਾਸ ਰੱਖ ਦਿੱਤਾ। ਉਹ ਕਹਿਣ ਲੱਗੇ, ਇਸ ਦਾ ਟੇਸਟ ਬਹੁਤ ਖਰਾਬ ਆ। ਬਾਬਾ ਜੀ ਕਹਿਣ ਲੱਗੇ, ਇਹ ਕੀ ਗੱਲ ਹੋਈ? ਮੈਂ ਤੁਹਾਡੀ ਬੇਟੀ ਦਾ ਇਲਾਜ ਕਰਨ ਇੱਥੇ ਆਇਆ ਹਾਂ ਤੇ ਤੁਸੀਂ ਉਸ ਨੂੰ ਪੀਣ ਲਈ ਨਖਰੇ ਦਿਖਾ ਰਹੇ ਹੋ। ਬਹੁਤ ਸਾਰੇ ਲੋਕ ਤਾਂ ਇਹ ਪਾਣੀ ਛੱਡ ਨਾ ਜਾਣੇ ਕੀ ਮੇਰੇ ਹੱਥ ਦਾ ਪੀ ਜਾਂਦੇ ਆ।
ਉਹ ਵਿਚਾਰਾ ਮਜਬੂਰ ਹੋ ਗਿਆ ਤੇ ਗਲਾਸ ਨੂੰ ਆਪਣੇ ਮੂੰਹ ਨਾਲ ਲਗਾ ਕੇ ਸਾਰਾ ਪਾਣੀ ਪੀ ਗਏ। ਥੋੜੀ ਹੀ ਦੇਰ ਹੋਈ ਸੀ ਕਿ ਮੇਰਾ ਸਿਰ ਅਚਾਨਕ ਭਾਰੀ ਜਿਹਾ ਹੋਣ ਲੱਗਿਆ। ਮੈਨੂੰ ਚੱਕਰ ਆਉਣ ਲੱਗੇ, ਮੇਰੀਆਂ ਅੱਖਾਂ ਭਾਰੀ ਹੋਣ ਲੱਗੀਆਂ। ਮੈਂ ਪਲਟ ਕੇ ਆਪਣੇ ਪਤੀ ਦੇ ਵੱਲ ਦੇਖਿਆ ਤਾਂ ਉਸ ਨੂੰ ਵੀ ਚੱਕਰ ਆ ਰਹੇ ਸੀ, ਉਸ ਦਾ ਵੀ ਸਿਰ ਭਾਰੀ ਹੋਣ ਲੱਗਿਆ। ਲੇਕਿਨ ਇਹ ਬਾਬਾ ਸਾਨੂੰ ਵੇਖ ਕੇ ਹੱਸ ਰਿਹਾ ਸੀ। ਬਾਬੇ ਨੇ ਮੇਰੀ ਬੇਟੀ ਦਾ ਹੱਥ ਫੜ ਲਿਆ, ਉਸ ਨੂੰ ਫੜ ਕੇ ਖੜਾ ਹੋ ਗਿਆ, ਉਸ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੇਰੀ ਬੇਟੀ ਮੰਮੀ ਪਾਪਾ ਬਚਾਓ ਕਹਿ ਕੇ ਜ਼ੋਰ-ਜ਼ੋਰ ਨਾਲ ਚਲਾ ਰਹੀ ਸੀ। ਉਹ ਆਪਣੇ ਹੱਥ ਛੁਡਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਉਸਨੇ ਭੱਜਣ ਦੀ ਵੀ ਕੋਸ਼ਿਸ਼ ਕੀਤੀ ਪਰ ਬਾਬੇ ਦੇ ਚੇਲੇ ਨੇ ਉਸ ਦਾ ਹੱਥ ਫੜ ਲਿਆ। ਬੰਦ ਹੋਈਆਂ ਅੱਖਾਂ ਨਾਲ ਮੈਨੂੰ ਉਸ ਤਾਂਤਰਿਕ ਬਾਬੇ ਵਿੱਚ ਇੱਕ ਹਵਾਨ ਨਜ਼ਰ ਆ ਰਿਹਾ ਸੀ। ਮੈਂ ਪੂਰੀ ਤਰ੍ਹਾਂ ਨਾਲ ਬੇਹੋਸ਼ ਹੋ ਚੁੱਕੀ ਸੀ। ਮੇਰੀਆਂ ਅੱਖਾਂ ਦੇ ਸਾਹਮਣੇ ਹਨੇਰਾ ਹੋ ਗਿਆ ਪਰ ਮੈਨੂੰ ਇਹ ਅਹਿਸਾਸ ਹੋ ਰਿਹਾ ਸੀ ਕਿ ਮੇਰੀ ਬੇਟੀ ਬਹੁਤ ਵੱਡੀ ਮੁਸੀਬਤ ਵਿੱਚ ਆ। ਮੇਰੇ ਕੰਨਾਂ 'ਚ ਲਗਾਤਾਰ ਮੇਰੀ ਬੇਟੀ ਦੇ ਚੀਕਣ ਦੀ ਆਵਾਜ਼ ਆ ਰਹੀ ਸੀ ਲੇਕਿਨ ਮੈਂ ਕੁਝ ਨਹੀਂ ਕਰ ਪਾ ਰਹੀ ਸੀ। ਨਾ ਜਾਣੇ ਕਿੰਨੇ ਟਾਈਮ ਤੱਕ ਮੈਂ ਅਤੇ ਮੇਰੇ ਪਤੀ ਬੇਹੋਸ਼ ਹੋ ਰਹੇ। ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਘਬਰਾ ਕੇ ਉੱਠੀ ਤੇ ਉੱਚੀ-ਉੱਚੀ ਰੌਲਾ ਪਾ ਕੇ ਆਪਣੀ ਬੇਟੀ ਨੂੰ ਆਵਾਜ਼ ਲਗਾਉਣ ਲੱਗੀ। ਮੇਰੀ ਬੇਟੀ ਥਾਂ ਨੂੰ ਮਹਿਸੂਸ ਕਰਦੀ ਚੱਲ ਕੇ ਮੇਰੇ ਕਰੀਬ ਆਈ। ਮੈਂ ਉਸ ਨੂੰ ਗਲੇ ਨਾਲ ਲਗਾ ਲਿਆ। ਉਸ ਦੀ ਹਾਲਤ ਬਹੁਤ ਖਰਾਬ ਸੀ। ਉਸ ਦੀ ਜਗ੍ਹਾ-ਜਗ੍ਹਾ 'ਤੇ ਸੱਟਾਂ ਦੇ ਨਿਸ਼ਾਨ ਸੀ। ਮੈਂ ਪਿੱਛੇ ਮੁੜ ਕੇ ਦੇਖੀ ਤਾਂ ਮੇਰਾ ਪਤੀ ਵੀ ਲਹੂ-ਲਹਾਨ ਹੋਇਆ ਪਿਆ ਸੀ। ਜਦੋਂ ਮੈਂ ਉਸ ਦੇ ਕੋਲ ਗਈ ਤਾਂ ਦੇਖਿਆ ਕਿ ਉਹ ਇਸ ਦੁਨੀਆ ਤੋਂ ਜਾ ਚੁੱਕਿਆ ਸੀ। ਮੈਂ ਉੱਚੀ-ਉੱਚੀ ਰੋਣ ਲੱਗੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਮੇਰਾ ਰੌਲਾ ਪਾਉਣਾ ਤੇ ਸਾਡੇ ਆਂਢ-ਗੁਆਂਢ ਦੇ ਸਾਰੇ ਲੋਕ ਆਉਣੇ ਸ਼ੁਰੂ ਹੋ ਗਏ ਤੇ ਜਦੋਂ ਸਭ ਨੇ ਅੰਦਰ ਦੇਖਿਆ ਤਾਂ ਅੰਦਰ ਅਲਮਾਰੀਆਂ ਵਿੱਚੋਂ ਸਮਾਨ ਖਿਲਰਿਆ ਪਿਆ ਸੀ। ਉਹ ਤਾਂਤਰਿਕ ਬਾਬਾ ਮੇਰੀ ਬੇਟੀ ਦੀ ਇੱਜ਼ਤ ਲੁੱਟ ਕੇ ਤੇ ਸਾਡੇ ਘਰ ਵਿੱਚ ਚੋਰੀ ਕਰਕੇ ਸਭ ਕੁਝ ਲਿਜਾ ਚੁੱਕਿਆ ਸੀ। ਇੱਥੋਂ ਤੱਕ ਕਿ ਉਸਨੇ ਮੇਰੇ ਪਤੀ ਨੂੰ ਵੀ ਮਾਰ ਦਿੱਤਾ। ਮੈਂ ਆਪਣੇ ਆਂਢ-ਗੁਆਂਢ ਦੇ ਲੋਕਾਂ ਨੂੰ ਸਭ ਸੱਚ ਦੱਸ ਦਿੱਤਾ। ਮੈਂ ਦੱਸਣਾ ਤਾਂ ਨਹੀਂ ਚਾਹੁੰਦੀ ਸੀ ਪਰ ਮੇਰੇ ਕੋਲ ਕੋਈ ਹੋਰ ਆਪਸ਼ਨ ਹੀ ਨਹੀਂ ਸੀ। ਮੇਰੇ ਆਂਢ-ਗੁਆਂਢ ਨੇ ਮੇਰੇ ਨਾਲ ਮਿਲ ਕੇ ਉਸ ਢੋਂਗੀ ਬਾਬੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਅਸੀਂ ਉਸ ਥਾਂ 'ਤੇ ਗਏ ਜਿੱਥੇ ਉਹ ਉਸ ਦੁਕਾਨ ਵਿੱਚ ਬੈਠਾ ਸੀ। ਉੱਥੇ ਉਹ ਦੁਕਾਨ ਵਿੱਚ ਕੁਝ ਨਹੀਂ ਸੀ ਤੇ ਉਹ ਸਭ ਆਪਣਾ ਸਮਾਨ ਲੈ ਕੇ ਉੱਥੋਂ ਜਾ ਚੁੱਕਿਆ ਸੀ। ਮੇਰੀ ਨਣਦ ਨੂੰ ਵੀ ਪਤਾ ਲੱਗ ਚੁੱਕਿਆ ਸੀ ਕਿ ਉਸ ਦਾ ਭਰਾ ਦੁਨੀਆ 'ਤੇ ਨਹੀਂ ਰਿਹਾ। ਉਸ ਤਾਂਤਰਿਕ ਬਾਬੇ ਨੇ ਮੇਰੇ ਭਰਾ ਭਰਜਾਈ ਨਾਲ ਇਹ ਸਭ ਕੀਤਾ ਤਾਂ ਉਹ ਉਸ ਤਾਂਤਰਿਕ ਬਾਬੇ ਦੇ ਥਾਂ 'ਤੇ ਗਏ ਜਿੱਥੇ ਉਹ ਬਿਜਨੌਰ ਪਿੰਡ ਵਿੱਚ ਡੇਰੇ ਲਾਏ ਹੋਏ ਸੀ। ਉੱਥੋਂ ਪਤਾ ਲੱਗਿਆ ਕਿ ਬਾਬਾ ਹੋਰ ਵੀ ਕਈ ਘਰਾਂ ਨਾਲ ਇਸ ਤਰ੍ਹਾਂ ਕਰਕੇ ਇੱਥੋਂ ਜਾ ਚੁੱਕਿਆ। ਅੱਜ ਮੇਰੀ ਕੁੜੀ 27 ਸਾਲ ਦੀ ਹੋ ਗਈ ਆ। ਉਸ ਨੂੰ ਦਿਖਾਈ ਨਹੀਂ ਦਿੰਦਾ ਕਿਉਂਕਿ ਉਹ ਜਨਮ ਤੋਂ ਹੀ ਇਸ ਤਰ੍ਹਾਂ ਹੈ। ਮੇਰੀ ਨਨਾਣ ਦੀ ਦਰਾਣੀ ਮੇਰੀ ਬੇਟੀ ਲਈ ਰਿਸ਼ਤਾ ਲੈ ਕੇ ਆਈ ਤੇ ਸਭ ਤੋਂ ਚੰਗੀ ਗੱਲ ਇਹ ਸੀ ਕਿ ਜਿਸ ਲੜਕੇ ਦਾ ਮੇਰੀ ਬੇਟੀ ਲਈ ਰਿਸ਼ਤਾ ਆਇਆ ਸੀ ਉਹ ਬੋਲ ਨਹੀਂ ਸਕਦਾ ਸੀ। ਦੋਨਾਂ ਵਿੱਚ ਇੱਕ ਕਮੀ ਸੀ, ਇਸ ਲਈ ਉਹ ਦੋਨੋਂ ਇੱਕ ਦੂਜੇ ਦੀ ਕਦਰ ਕਰਨ ਲੱਗੇ। ਮੈਂ ਆਪਣੀ ਬੇਟੀ ਦਾ ਵਿਆਹ ਆਪਣੀ ਨਨਾਣ ਦੀ ਦਰਾਣੀ ਦੇ ਭਰਾ ਨਾਲ ਕਰ ਦਿੱਤਾ। ਮੇਰੀ ਬੇਟੀ ਆਪਣੇ ਸਹੁਰੇ ਘਰ ਖੁਸ਼ ਰਹਿੰਦੀ ਆ ਕਿਉਂਕਿ ਉੱਥੇ ਉਸ ਦਾ ਖਿਆਲ ਰੱਖਣ ਵਾਲੇ ਬਹੁਤ ਸਾਰੇ ਲੋਕ ਆ। ਸ਼ਾਇਦ ਮੇਰੀ ਬੇਟੀ ਦੇ ਭਾਗਾਂ ਵਿੱਚ ਅਜਿਹਾ ਹੀ ਲਿਖਿਆ ਸੀ। ਉਸ ਲੜਕੇ ਵਿੱਚ ਵੀ ਇੱਕ ਕਮੀ ਸੀ ਤੇ ਮੇਰੀ ਬੇਟੀ ਵਿੱਚ ਵੀ ਇੱਕ ਕਮੀ ਸੀ ਜਿਸ ਵਜ੍ਹਾ ਨਾਲ ਉਹਨਾਂ ਦੋਹਾਂ ਦਾ ਨਸੀਬ ਇੱਕ ਸਾਥ ਜੁੜ ਗਿਆ। ਇਸ ਲਈ ਉਹ ਦੋਨੋਂ ਕਦੇ ਇੱਕ ਦੂਜੇ ਨੂੰ ਕਿਸੇ ਗੱਲ ਤੋਂ ਘੱਟ ਨਹੀਂ ਸਮਝ ਸਕਦੇ ਸੀ। ਫਿਲਹਾਲ ਦੋਨਾਂ ਬੱਚਿਆਂ ਦੀ ਜ਼ਿੰਦਗੀ ਚੰਗੀ ਗੁਜ਼ਰ ਰਹੀ ਆ। ਜਿਸ ਦਿਨ ਤੋਂ ਮੇਰੀ ਬੇਟੀ ਦਾ ਵਿਆਹ ਹੋਇਆ ਮੈਂ ਆਪਣੀ ਬੇਟੀ ਦੇ ਵੱਲੋਂ ਬੇਫਿਕਰ ਹੋ ਗਈ ਹਾਂ ਕਿਉਂਕਿ ਮੇਰੀ ਬੇਟੀ ਨੂੰ ਬਹੁਤ ਵਧੀਆ ਸਹੁਰਾ ਘਰ ਮਿਲਿਆ ਪਰ ਉਸ ਬਾਬੇ ਦਾ ਪਤਾ ਨਹੀਂ ਲਗਾ ਸਕੀ। ਜਿਸ ਦਿਨ ਮੈਨੂੰ ਉਹ ਮਿਲ ਗਿਆ ਤਾਂ ਮੈਂ ਉਸ ਨੂੰ ਛੱਡਾਂਗੀ ਨਹੀਂ। ਮੈਂ ਤੁਹਾਨੂੰ ਵੀ ਆਗਾਹ ਕਰਨਾ ਚਾਹੁੰਦੀ ਹਾਂ ਕਿ ਕੁਦਰਤੀ ਬਿਮਾਰੀ ਦਾ ਇਲਾਜ ਕੁਦਰਤ ਹੀ ਕਰ ਸਕਦੀ ਆ। ਇਸ ਦਾ ਇਲਾਜ ਜੇ ਡਾਕਟਰਾਂ ਤੋਂ ਨਹੀਂ ਹੁੰਦਾ ਤਾਂ ਤਾਂਤਰਿਕ ਢੋਂਗੀ ਬਾਬਿਆਂ ਤੋਂ ਵੀ ਨਹੀਂ ਹੋਣਾ। ਇਸ ਲਈ ਮੈਂ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਵੀ ਅਜਿਹੇ ਪਖੰਡੀ ਸਾਧਾਂ ਤੋਂ ਬਚ ਕੇ ਰਹੋ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਜੇ ਚੈਨਲ 'ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।